ਕੁਸਮ ਬਸੰਤ ਗਨੰਤ ਨਾ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ। ਗੰਗਾ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ। ਕਬ ਜਨ ਪਲ ਉਨਹਿ ਜੋ ਗਾਵੈ। ਪੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੈ। ਪੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਰ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਗੁਰਤਾ ਗੱਦੀ ਤੇ ਪ੍ਰਕਾਸ਼ਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿਨਾਂ ਦੇ ਪਾਵਨ ਹਜ਼ੂਰ ਵਿਖੇ ਨਿਤ ਦੀ ਤਰ੍ਹਾਂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਦੇ ਸਦਕਾ ਸ਼੍ਰੀ ਸਤਬਲੋ ਬੁੰਗਾ ਨੰਗਲੀ ਵਿਖੇ ਸ਼ਾਮ ਦੇ ਦੀਵਾਨਾ ਅੰਦਰ ਗੁਰੂ ਖਾਲਸਾ ਜੀਓ ਨਿਤ ਦੀ ਤਰ੍ਹਾਂ ਦੀਵਾਨ ਸੱਜੇ ਨੇ। ਰਹਿਰਾਸ ਸਾਹਿਬ ਤੋਂ ਬਾਅਦ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਕਥਾ ਪ੍ਰਾਰੰਭ ਹੋ ਰਹੀ ਹੈ। ਪਾਤਸ਼ਾਹ ਜੀ ਦੀ ਦਇਆ ਦੇ ਨਾਲ 8ਵਾਂ ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ। ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦਾ ਜੀਵਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਪਾਵਨ ਮੁਖਾਰਬਿੰਦ ਤੋਂ ਬਖਸ਼ਿਸ਼ ਕਰਦੇ ਪਏ ਨੇ। ਅਸ਼ਟਪਦੀ ਦੇ 5 ਬੰਦ 5 ਪਦਿਆਂ ਦੇ ਵਿਚਾਰ ਸਾਂਝ ਹੋਏ ਹਨ। ਅੱਗੇ 6ਵਾਂ ਪਦਾ ਪ੍ਰਾਰੰਭ ਹੋ ਰਿਹਾ ਹੈ। ਆਓ ਸੁਰਤੀਆਂ ਇਕਾਗਰ ਕਰੀਏ। ਗੁਰੂ ਸਾਹਿਬ ਜੀ ਦੇ ਮੁਬਾਰਕ ਪਵਿੱਤਰ ਚਰਨਾਂ ਦਾ ਧਿਆਨ ਲਾਈਏ। ਸਤਿਗੁਰੂ ਜੀ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਆਪ ਵਿਚਾਰ ਸੇਵਾ ਕਰਵਾ ਲੈਣ। ਅਸੀਸ ਬਖਸ਼ੋ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਖਸ਼ਿਸ਼ ਕਰ ਰਹੇ ਹਨ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ।
ਬ੍ਰਹਮ ਗੁਰੂ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਜਿਵੇਂ ਗੋਬਿੰਦ ਹੈ, ਰਾਮ ਹੈ, ਸੁਆਮੀ ਹੈ, ਠਾਕੁਰ ਹੈ, ਪ੍ਰਭ ਹੈ, ਹਰੀ ਹੈ, ਇਵੇਂ ਬ੍ਰਹਮ ਹੈ, ਸ਼ੁੱਧ ਸਵਰੂਪ ਜੋ ਵਿਆਪਕ ਹੈ। ਔਰ ਜੋ ਜਿਸ ਨੂੰ ਬ੍ਰਹਮ ਦਾ ਗਿਆਨ ਹੋ ਜਾਏ ਉਹਨੂੰ ਬ੍ਰਹਮ ਗਿਆਨੀ ਆਖਦੇ ਨੇ। ਜਿਵੇਂ ਕੱਪੜੇ ਸਿਉਣ ਵਾਲੇ ਨੂੰ ਦਰਜੀ ਆਖਿਆ ਜਾਂਦਾ ਹੈ, ਵਿਦਿਆ ਪੜ੍ਹਨ ਵਾਲੇ ਨੂੰ ਵਿਦਿਆਰਥੀ ਆਖਿਆ ਜਾਂਦਾ ਹੈ, ਦੁੱਧ ਵੇਚਣ ਵਾਲੇ ਨੂੰ ਦੋਧੀ ਆਖਿਆ ਜਾਂਦਾ ਹੈ, ਸਾਧਨਾ ਕਰਨ ਵਾਲੇ ਨੂੰ ਸਾਧ ਆਖਿਆ ਜਾਂਦਾ ਹੈ। ਇਵੇਂ ਗੁਰੂ ਖਾਲਸਾ ਜੀ ਜਿਹੜਾ ਬ੍ਰਹਮ ਦਾ ਗਿਆਨ ਲੈ ਲਵੇ ਉਹਨੂੰ ਬ੍ਰਹਮ ਗਿਆਨੀ ਆਖਦੇ ਨੇ। ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾਏ ਉਹਦਾ ਨਾਮ ਬ੍ਰਹਮ ਗਿਆਨੀ ਹੈ। ਔਰ ਇਹ ਗੁਰੂ ਖਾਲਸਾ ਜੀ ਕਿਸੇ ਜਮਾਤ, ਕਿਸੇ ਸੰਸਾਰ ਦੇ ਸਕੂਲ ਦੇ ਕੋਲੋਂ ਨਹੀਂ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਜ਼ਿਕਰ ਕਰਦੇ ਨੇ ਵੀ ਬ੍ਰਹਮ ਗਿਆਨੀ ਉਹ ਬਣਦਾ ਏ ਜਿਸ ਨੂੰ ਖੁਦ ਖੁਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਬਣਾ ਦੇ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਜਿਨ੍ਹਾਂ ਨੂੰ ਗੁਰੂ ਆਪ ਕਿਰਪਾ ਕਰਕੇ ਗੁਰੂ ਖਾਲਸਾ ਜੀ ਇਹ ਦਾਤ ਬਖਸ਼ਦਾ ਹੈ ਨੇ, ਉਹੋ ਹੀ ਗੁਰੂ ਪਿਆਰਿਓ ਬ੍ਰਹਮ ਗਿਆਨੀ ਹੋਵਦੇ ਨੇ। ਹਜੂਰ ਜ਼ਿਕਰ ਕਰਦੇ ਨੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਜਿਹੜਾ ਬ੍ਰਹਮ ਗਿਆਨੀ ਹੈ ਉਹ ਕੇਵਲ ਤੇ ਕੇਵਲ ਬ੍ਰਹਮ ਦਾ ਹੀ ਬੇਤਾ ਹੈ, ਬ੍ਰਹਮ ਦਾ ਹੀ ਜਾਣੂ। ਜਿਵੇਂ ਸ਼ਬਦ ਵਰਤਿਆ ਜਾਂਦਾ ਤਤ ਬੇਤਾ, ਤਤ ਨੂੰ ਜਾਣਨ ਵਾਲਾ। ਇਵੇਂ ਇੱਥੇ ਸ਼ਬਦ ਹੈ ਬ੍ਰਹਮ ਕਾ ਬੇਤਾ, ਭਾਵ ਬ੍ਰਹਮ ਨੂੰ ਜਾਣਨ ਵਾਲਾ। ਜਿਹੜਾ ਬ੍ਰਹਮ ਗਿਆਨੀ ਹੈ ਉਹ ਗੁਰੂ ਖਾਲਸਾ ਜੀ ਬ੍ਰਹਮ ਦੀ ਪਛਾਣ ਰੱਖਦਾ ਹੈ। ਉਹ ਬ੍ਰਹਮ ਦਾ ਹੀ ਧਾਰਨੀ ਹੋ ਕੇ ਰਹਿੰਦਾ ਹੈ। ਉਹ ਹੋਰ ਕਿਸੇ ਦੀ ਜਾਣ ਪਛਾਣ ਨਹੀਂ ਰੱਖਦਾ, ਹੋਰ ਕਿਸੇ ਦੇ ਨਾਲ ਹੇਤੂ ਨਹੀਂ ਰੱਖਦਾ। ਉਹਦਾ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ। ਕਿਉਂਕਿ ਮੰਜ਼ਿਲ ਇਹ ਮਕਸੂਦ ਉਹਦੀ ਬ੍ਰਹਮ ਹੈ ਨਾ। ਇਸ ਵਾਸਤੇ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਜਿਹੜਾ ਹੈ ਉਹ ਕੇਵਲ ਬ੍ਰਹਮ ਦਾ ਹੀ ਬੇਤਾ ਹੈ, ਭਾਵ ਬ੍ਰਹਮ ਦਾ ਹੀ ਜਾਣੂ ਹੈ ਜੀ। ਬ੍ਰਹਮ ਗਿਆਨੀ ਏਕ ਸੰਗ ਹੇਤਾ। ਔਰ ਅੱਗੇ ਜ਼ਿਕਰ ਕਰਦੇ ਨੇ ਵੀ ਜਿਹੜਾ ਬ੍ਰਹਮ ਗਿਆਨੀ ਹੈ ਉਹਦਾ ਜਿਹੜਾ ਹੇਤਾ ਪਿਆਰ ਹੈ ਏਕ ਸੰਗ, ਇੱਕ ਅਕਾਲ ਪੁਰਖ ਵਾਹਿਗੁਰੂ ਮਾਲਕ ਦੇ ਨਾਲ। ਆਪਾਂ ਗੁਰੂ ਖਾਲਸਾ ਜੀ ਜੇ ਆਪਾਂ ਆਪਣੀ ਗੱਲ ਕਰੀਏ ਨਾ, ਸੰਸਾਰੀ ਬਿਰਤੀ 'ਚ ਵਿਚਰ ਰਹੇ ਆ। ਸਿਆਣਿਆਂ ਦਾ ਕਥਨ ਹੈ ਜਿਨ੍ਹਾਂ ਲੱਗੀ ਗੱਲੀ ਉਹਦੇ ਨਾਲ ਤੁਰ ਚੱਲੀ। ਅਸੀਂ ਜਿਹਨੂੰ ਵੇਖਦੇ ਆ ਉਹਦੇ ਨਾਲ ਹੀ ਪਿਆਰ ਪਾ ਲੈਂਦੇ ਆ। ਉਹਦੀ ਗੁਰੂ ਖਾਲਸਾ ਜੀ ਕੋਈ ਆਸ ਉਮੀਦ ਨਹੀਂ ਵੇਖੀ ਜਾਂਦੀ, ਉਹਦਾ ਪਿਛੋਕੜ ਨਹੀਂ ਵੇਖਿਆ ਜਾਂਦਾ, ਉਹਦਾ ਅਗੇਤਰ ਨਹੀਂ ਵੇਖਿਆ ਜਾਂਦਾ। ਬਸ ਘੜੀ ਕ ਮਨ ਨੂੰ ਮੋਹਿਆ ਨਹੀਂ, ਭਾਵੇਂ ਕਿਸੇ ਬੰਦੇ ਨੇ ਬਾਤ ਹੀ ਇਹੋ ਜਿਹੀ ਕੀਤੀ, ਪਿਆਰ ਉਸੇ ਮਨੁੱਖ ਦੇ ਨਾਲ ਪੈ ਗਿਆ। ਕਿਸੇ ਵਸਤੂ ਨੇ ਮਨ ਤੇ ਪ੍ਰਭਾਵ ਪਾ ਲਿਆ, ਮਨ ਨੂੰ ਮੋਹ ਲਿਆ ਤੇ ਸਾਡਾ ਪਿਆਰ ਉਹਦੇ ਨਾਲ ਪੈ ਗਿਆ। ਮਾਇਆ ਚੰਗੀ ਗੁਰੂ ਖਾਲਸਾ ਜੀ ਆ ਗਈ ਤੇ ਮਾਇਆ ਦੇ ਨਾਲ ਪ੍ਰੇਮ ਹੋ ਗਿਆ। ਕਿਸੇ ਮਨੁੱਖ ਨੇ ਸਾਡੀ ਵਡਿਆਈ ਚੰਗੀ ਕਰ ਦਿੱਤੀ, ਚੰਗਾ ਗੁਣਵਾਨ ਆਖ ਦਿੱਤਾ, ਚਾਰ ਸ਼ਬਦ ਉਪਮਾ ਵਿੱਚ ਸਾਡੇ ਉਚਾਰ ਦਿੱਤੇ, ਅਸੀਂ ਉਹਦੇ ਨਾਲ ਪ੍ਰੇਮ ਪਾ ਲਿਆ। ਪਰ ਜਿਹੜਾ ਬ੍ਰਹਮ ਗਿਆਨੀ ਹੈ ਨਾ ਗੁਰੂ ਖਾਲਸਾ ਜੀ, ਉਹਦਾ ਜੇ ਪਿਆਰ ਹੈਗਾ ਹੈ ਤੇ ਏਕ ਸੰਗ ਹੇਤਾ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਆ, ਹੋਰ ਕਿਸੇ ਦੇ ਨਾਲ ਨਹੀਂ ਗਿਆ। ਆਪਣਾ ਪਿਆਰ ਥਾਂ ਥਾਂ ਤੇ ਦੁਨੀਆ ਦੇ ਥਾਵਾਂ ਦੇ ਨਾਲ ਹੈ, ਪਰ ਜੋ ਬ੍ਰਹਮ ਗਿਆਨੀ ਹੈ ਉਹਦਾ ਗੁਰੂ ਖਾਲਸਾ ਜੀ ਜੇ ਪਿਆਰ ਹੈਗਾ ਹੈ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ, ਹੋਰ ਕਿਸੇ ਦੇ ਨਾਲ। ਔਰ ਚਾਹੀਦਾ ਵੀ ਹੈ, ਕਿਉਂਕਿ ਅਸੀਂ ਅਰਦਾਸ ਵਿੱਚ ਕੀ ਮੰਗਦੇ ਹਾਂ? ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ। ਐ ਦੀਨ ਦਿਆਲ ਉਹਨਾਂ ਪਿਆਰਿਆਂ ਦਾ ਮੇਲ ਕਰਵਾ ਜਿਨ੍ਹਾਂ ਨਾਲ ਤੇਰੇ ਪਿਆਰ ਦੀ ਯਾਦ ਆ ਜੇ, ਤਾਂਘ ਬਣ ਜੇ। ਸਿੱਖਾ ਰੋਜ਼ ਅਰਦਾਸ ਵਿੱਚ ਪਿਆਰੇ ਦਾ ਪਿਆਰ ਮੰਗ ਕੇ ਤੇ ਫੇਰ ਗੁਰੂ ਨਾਲ ਪਿਆਰ ਨਹੀਂ ਕਰਦਾ।
ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਦਿਲ ਹੋ ਮੁਹੱਬਤ ਜਿਨ ਸੇਈ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਹੜੇ ਗੁਰੂ ਖਾਲਸਾ ਜੀ ਬਾਹਰ ਜੇ ਚਾਰ ਗੁਰਮੁਖ ਪਿਆਰੇ ਬੈਠੇ ਤੇ ਉੱਥੇ ਕਿਹਾ ਵੀ ਮੇਰਾ ਪਿਆਰ ਬੜਾ ਹੈ, ਜਦੋਂ ਉੱਠ ਕੇ ਚਲੇ ਗਏ ਤੇ ਕੋਈ ਭੈ ਨਹੀਂ, ਕੋਈ ਪ੍ਰੇਮ ਨਹੀਂ। ਉਸ ਵੇਲੇ ਗੁਰੂ ਖਾਲਸਾ ਜੀ ਉਹਨੂੰ ਬਾਬਾ ਜੀ ਨੇ ਕਿਹਾ, ਜਿਨ ਮਨ ਹੋਰ ਮੁਖ ਹੋਰ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਔਰ ਮੁਖ ਵਿੱਚ ਕੁਝ ਹੋਰ ਹੈ, ਉਹਨਾਂ ਦਾ ਪਿਆਰ ਨਹੀਂ ਜੇ ਨਿਭਦਾ। ਪਿਆਰ ਨਿਭਦਾ ਹੈ ਜੀਉ ਨਿਰਮਲ ਬਾਹਰੋਂ ਨਿਰਮਲ, ਅੰਦਰੋਂ ਤੇ ਬਾਹਰੋਂ ਇੱਕ ਹੋ ਕੇ। ਪਿਆਰ ਨਿਭਦਾ ਦਿਲੋਂ ਮੁਹੱਬਤ ਜਿਨ, ਜਿਨ੍ਹਾਂ ਦੀ ਦਿਲੋਂ ਮੁਹੱਬਤ ਹੋਵੇ। ਜਿਹੜੇ ਮੂੰਹ ਦੇ ਨਾਲ ਗੁਰੂ ਖਾਲਸਾ ਜੀ ਦੋ ਚਾਰ ਸ਼ਬਦ ਉਪਮਾ ਦੇ ਮੁਖ ਦੇ ਸਨਮੁਖ ਉਚਾਰ ਦੇਣ ਔਰ ਅੰਦਰ ਵਿਸ ਹੋਵੇ, ਉਹ ਪਿਆਰ ਨਾਲ ਨਿਭਦਾ ਹੈ ਤੇ ਨਾ ਪਿਆਰ ਗੁਰੂ ਖਾਲਸਾ ਜੀ ਉਹ ਬਾਣੀ ਹੁੰਦਾ। ਇੱਥੇ ਹਜੂਰ ਨੇ ਬ੍ਰਹਮ ਗਿਆਨੀ ਦੇ ਪਿਆਰ ਦਾ ਜ਼ਿਕਰ ਕੀਤਾ ਹੈ। ਦੁਨੀਆ ਤੇ ਬੜੇ ਬੜੇ ਪਿਆਰ ਨੇ। ਅੱਜ ਗੁਰੂ ਖਾਲਸਾ ਜੀ ਦੇਹਾਂ ਦਾ ਪਿਆਰ ਮਾਰਦਾ ਹੈ, ਦੁਨੀਆ ਦੇ ਉੱਪਰ ਵਪਾਰ ਦਾ ਪਿਆਰ ਹੈ, ਕਾਰੋਬਾਰ ਦਾ ਪਿਆਰ ਹੈ, ਜਿਸਮਾਂ ਦੇ ਪਿਆਰ ਨੇ। ਪਰ ਸਾਰਿਆਂ ਤੋਂ ਵੱਡਾ ਜੇ ਪਿਆਰ ਹੈ ਤੇ ਉਹ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ। ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹ ਫਿਰ ਗੁਰੂ ਖਾਲਸਾ ਜੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਪਿਆਰ ਰੱਖਦਾ ਹੈ, ਜੋੜ ਰੱਖਦਾ ਹੈ, ਸਾਂਝ ਰੱਖਦਾ ਹੈ, ਇੱਕ ਦੇ ਨਾਲੋਂ ਕਦੇ ਨਹੀਂ ਜੇ ਟੁੱਟਦਾ। ਇੱਥੇ ਬਾਰ-ਬਾਰ ਇੱਕ ਸ਼ਬਦ ਆ ਰਿਹਾ, ਪਿੱਛੇ ਵੀ ਆਇਆ ਕਿ ਬ੍ਰਹਮ ਗਿਆਨੀ ਕਾ ਏਕਾ ਸੰਗ। ਇੱਥੇ ਵੀ ਗੁਰੂ ਸਾਹਿਬ ਜੀ ਇੱਕ ਦੀ ਨਾਲ ਗੱਲ ਕਰਦੇ, ਬਹੁਤਿਆਂ ਦੇ ਨਾਲੋਂ ਇੱਕ ਦੇ ਨਾਲ ਪਾਈਏ। ਜਿਹੜਾ ਨਾਲ ਨਿਭੇ ਸੱਜਣ ਸੇਈ ਨਾਲ, ਮੈਂ ਚੱਲਦਿਆਂ ਨਾਲ ਚੱਲਣ, ਇਹੋ ਜਿਹਾ ਪਿਆਰ ਹੋਵੇ, ਇਹੋ ਜਿਹਾ ਗੁਰੂ ਖਾਲਸਾ ਜੀ ਸੱਜਣ ਹੋਵੇ, ਇਹੋ ਜਿਹਾ ਸੱਜਣ ਨਾਲ ਪ੍ਰੇਮ ਸਨੇਹ ਹੋਵੇ, ਜਿਹੜੇ ਚੱਲਦਿਆਂ ਨਾਲ ਚਲਾਣ। ਜਿੱਥਾ ਲੇਖਾ ਮੰਗਿਆ ਤਿੱਥਾ ਖੜਾ ਦਸਾ। ਇਹੋ ਜਿਹਾ ਪਿਆਰ ਥੋੜੀ ਵੀ ਇੱਥੇ ਜੀ ਜੀ ਕਰੀ ਗਏ, ਮਾੜੀ ਜੀ ਆਪਦਾ ਬਿਪਤਾ ਪਈ ਨਹੀਂ ਤੇ ਪਾਸਾ ਵਟ ਲਿਆ ਵੀ ਨਹੀਂ ਭਾਈ ਮੇਰੇ ਵੱਸ ਦੀ ਬਾਤ। ਉਹਦੇ ਨਾਲ ਪਿਆਰ ਪਾਈਏ ਜਿਹਨੇ ਸਦਾ ਨਿਭਾਉਣਾ ਹੈ, ਜਿਹਨੇ ਸਰੀਰ ਤੋਂ ਗਾਂਹ ਜਾ ਕੇ ਵੀ ਗੁਰੂ ਖਾਲਸਾ ਜੀ ਪਿਆਰ ਗਾੜਾ ਹੀ ਰੱਖਣਾ। ਜਿਵੇਂ ਕੱਲ ਵੀ ਸ਼ਬਦ ਆ ਰਹੇ ਸੀ ਨਾ ਕਿ ਬ੍ਰਹਮ ਗਿਆਨੀ ਕਾ ਏਕਾ ਰੰਗ, ਇੱਕੋ ਹੀ ਰੰਗ ਚੜਿਆ ਹੈ, ਉਹਨੇ ਬਾਕੀ ਰੰਗਾਂ ਦੀ ਤਮਾਹ ਨਹੀਂ ਰੱਖੀ। ਏਦਾਂ ਹੀ ਗੁਰੂ ਖਾਲਸਾ ਜੀ ਜਿਹੜਾ ਹੈ ਬ੍ਰਹਮ ਗਿਆਨੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਰੱਖਦਾ। ਹੁਣ ਉਹਦਾ ਪਿਆਰ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਹੈ ਤੇ ਇਹਦੇ ਤੋਂ ਵੱਡੀ ਬਾਤ, ਉਹ ਸਾਰਿਆਂ ਵਿੱਚ ਪਰਮੇਸ਼ਰ ਨੂੰ ਜਾਣਦਾ, ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਪਿਆਰ ਰੱਖਦਾ ਹੈ, ਆਪਣਿਆਂ ਦੇ ਨਾਲ ਵੀ ਤੇ ਪਰਾਏ ਤੇ ਆਪਾਂ ਕਹਿ ਹੀ ਨਹੀਂ ਸਕਦੇ, ਕਿਉਂਕਿ ਸਾਡੇ ਲਈ ਪਰਾਇਆ ਹੋ ਸਕਦਾ ਹੈ, ਬ੍ਰਹਮ ਗਿਆਨੀ ਲਈ ਕੋਈ ਪਰਾਇਆ ਨਹੀਂ। ਉੱਥੇ ਤੇ ਗੁਰੂ ਖਾਲਸਾ ਜੀ ਜਿਵੇਂ ਬਾਣੀ 'ਚ ਕਿਹਾ ਨਾ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉੱਥੇ ਤੇ ਗੁਰੂ ਖਾਲਸਾ ਜੀ ਇੱਕੋ ਹੀ ਹੈ। ਬ੍ਰਹਮ ਗਿਆਨੀ ਸਾਰਿਆਂ ਜੀ ਪਰਮੇਸ਼ਰ ਵੇਖ ਰਿਹਾ ਤੇ ਸਾਰੇ ਪਰਮੇਸ਼ਰ ਵੇਖ ਕੇ ਇੱਕੋ ਜਿਹਾ ਪਿਆਰ ਕਰ ਰਿਹਾ। ਉਹ ਨਹੀਂ ਜੇ ਕਿਸੇ ਨਾਲ ਵਿਤਕਰਾ ਕਰਦਾ। ਸਾਡੇ ਅੰਦਰ ਪਿਆਰ ਹੈ ਨਹੀਂ, ਸਾਡੇ ਅੰਦਰ ਵਿਤਕਰੇ ਆ ਗਏ ਨੇ, ਪਰ ਬ੍ਰਹਮ ਗਿਆਨੀ ਦਾ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਹੈ। ਜੇ ਉਹਦਾ ਪਿਆਰੇ ਦੇ ਨਾਲ ਪਿਆਰ ਹੈ ਤੇ ਉਹ ਖਲਕਤ ਦੇ ਨਾਲ ਵੀ ਪਿਆਰ ਕਰਦਾ ਪਿਆ ਔਰ ਸਭ ਪਿਆਰ ਕਰ ਰਿਹਾ, ਕਿਸੇ ਨਾਲ ਕੋਈ ਵਿਤਕਰਾ ਨਹੀਂ, ਕੋਈ ਭੇਦ ਨਹੀਂ। ਇਸ ਵਾਸਤੇ ਜ਼ਿਕਰ ਕਰਦੇ ਨੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਦਾ ਗੁਰੂ ਖਾਲਸਾ ਜੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਹਿੱਤ ਹੈ, ਪ੍ਰੇਮ ਪਿਆਰ ਹੈ ਜੀ। ਬ੍ਰਹਮ ਗਿਆਨੀ ਕੈ ਹੋਏ ਅਚਿੰਤ। ਅੱਗੇ ਜ਼ਿਕਰ ਕਰਦੇ ਨੇ ਗਰੀਬ ਨਵਾਜ ਕਿ ਜੋ ਬ੍ਰਹਮ ਗਿਆਨੀ ਹੈ ਉਹ ਗੁਰੂ ਖਾਲਸਾ ਜੀ ਅਚਿੰਤ ਹੋ ਕੇ ਵਰਤਦਾ ਹੈ। ਭਾਵ ਉਹਦੇ ਹਿਰਦੇ ਦੇ ਵਿੱਚ ਸੁਤੇ ਸੇਧੀ, ਅਚਿੰਤ ਕਹੀਏ ਅਚਨਚੇਤ ਹੀ, ਐੜਾ ਅਗੇਤਰ ਲੱਗਾ ਹੈ। ਅਚਿੰਤ ਚਿੰਤਾ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦਾ ਜਾਪ ਨਿਰੰਤਰ ਚੱਲਦਾ ਰਹਿੰਦਾ।
ਸਾਨੂੰ ਤੇ ਚਿੰਤਨ ਕਰਨਾ ਪੈਂਦਾ ਹੈ। ਇੱਥੇ ਤੇ ਗੁਰੂ ਖਾਲਸਾ ਜੀ ਹਰ ਵੇਲੇ ਚਿੰਤਾ ਹੀ ਹੈ, ਪਰ ਬ੍ਰਹਮ ਗਿਆਨੀ ਜਿਹੜਾ ਹੈ ਅਚਿੰਤ ਹੋ ਕੇ ਵਿਚਰਦਾ ਹੈ। ਔਰ ਅਚਿੰਤ ਕਹੀਏ ਇੱਕ ਰਸ, ਉਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਸਿਮਰਨ ਵੀ ਚੱਲਦਾ ਰਹਿੰਦਾ। ਪਹਿਲੀ ਗੱਲ ਕਿ ਬ੍ਰਹਮ ਗਿਆਨੀ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ, ਉਹ ਅਚਿੰਤ ਹੈ। ਕਿਉਂਕਿ ਚਿੰਤਾ ਅਸੀਂ ਕਰੀ ਜਾਂਦੇ ਹਾਂ, ਸਾਡਾ ਮਨ ਹੌਲਾ ਹੈ, ਸਾਡੇ ਅੰਦਰ ਚਿੰਤਾ ਵਿਆਪ ਜਾਂਦੀ ਹੈ। ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਆ ਨਾ, ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਖਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗਿਆ ਕਰ ਧਰਿਆ। ਮਨਾ ਕਾਦੇ ਵਾਸਤੇ ਨੇ ਉਪਾ ਪਾਪੜ ਵੇਲ ਰਿਹਾ ਹੈ, ਕਾਦੇ ਵਾਸਤੇ ਨੇ ਯਤਨ ਕਰ ਰਿਹਾ ਹੈ। ਜਿਸ ਮਾਲਕ ਨੇ ਪੈਦਾ ਕੀਤਾ ਉਹਨੂੰ ਚਿੰਤਾ ਹੈ। ਸੋ ਚਿੰਤਾ ਕਰੇ ਜਿਨ ਉਪਾਇਆ ਜਗ, ਚਿੰਤਾ ਦੇ ਉਹਨੂੰ ਹੋਵੇ ਜਿਹਨੇ ਪੈਦਾ ਕੀਤਾ ਹੈ। ਪਰ ਗੁਰੂ ਖਾਲਸਾ ਜੀ ਮਨ ਮੇਰੀ ਮੇਰੀ ਕਰਦਾ ਚਿੰਤਾ 'ਚ ਫਸਿਆ। ਬ੍ਰਹਮ ਗਿਆਨੀ ਇਹ ਚਿੰਤਾ ਤੋਂ ਨਿਰਲੇਪ ਹੈ ਔਰ ਅਚਿੰਤ ਹੋ ਕੇ ਵਰਤਦਾ ਹੈ। ਤੇ ਬ੍ਰਹਮ ਗਿਆਨੀ ਆਪ ਅਚਿੰਤ ਹੋ ਗਿਆ। ਜਦੋਂ ਆਪ ਅਚਿੰਤ ਹੋਇਆ ਤੇ ਉਹਦੇ ਹਿਰਦੇ ਵਿੱਚ ਵੀ ਅਚਿੰਤ ਚਿੰਤਾ ਤੋਂ ਰਹਿਤ ਪਰਮੇਸ਼ਰ ਆ ਕੇ ਵਸ ਗਿਆ। ਸਾਡੇ ਅੰਦਰ ਚਿੰਤਾ ਹੈ, ਸਾਡੇ ਜਰਾਨੇ ਵੀ ਚਿੰਤਾ ਵਾਲਿਆਂ ਦੇ ਨਾਲ, ਜਿਹੜਾ ਆਪ ਅਚਿੰਤ ਹੋ ਗਿਆ ਉਹਦਾ ਜਰਾਨਾ ਵੀ ਗੁਰੂ ਖਾਲਸਾ ਜੀ ਅਚਿੰਤ ਦੇ ਨਾਲ ਹੋ ਜਾਂਦਾ ਹੈ। ਜਿਵੇਂ ਰੋਗੀ ਦੀ ਰੋਗੀ ਦੇ ਨਾਲ ਸਾਂਝ ਹੈ, ਉਹ ਆਪਣੇ ਦੁੱਖੜੇ ਫੋਲਦੇ ਨੇ। ਅਮਲੀ ਦੀ ਅਮਲੀ ਦੇ ਨਾਲ ਸਾਂਝ ਹੈ, ਗਿਆਨੀ ਦੀ ਗਿਆਨੀ ਦੇ ਨਾਲ ਸਾਂਝ ਹੈ, ਗਿਆਨ ਦੀ ਬਾਤ ਖੋਲੇਗਾ। ਚਿੰਤਾਵਾਨ ਦੀ ਸਾਂਝ ਰੱਖਦਾ ਹੈ। ਗੁਰੂ ਖਾਲਸਾ ਜੀ ਜਿਹੜਾ ਅਚਿੰਤ ਹੋ ਜਾਂਦਾ ਹੈ ਨਾ, ਉਹ ਫਿਰ ਅਚਿੰਤ ਦੀ ਸਾਂਝ ਰੱਖਦਾ ਤੇ ਅਚਿੰਤ ਪਰਮੇਸ਼ਰ ਹੀ ਹੈ, ਜਿਹਨੂੰ ਕੋਈ ਚਿੰਤਾ ਨਹੀਂ। ਆਪਾਂ ਤੇ ਚਿੰਤਾ 'ਚ ਫਸੇ ਆ ਨਾ। ਮਾਲਕ ਕਿਸੇ ਦੀ ਚਿੰਤਾ ਨਹੀਂ ਰੱਖਦਾ ਵੀ ਅੰਮ੍ਰਿਤ ਵੇਲੇ ਨਹੀਂ ਉੱਠ ਰਿਹਾ, ਇਹ ਮੈਨੂੰ ਯਾਦ ਨਹੀਂ ਕਰ ਰਿਹਾ, ਇਹ ਕਿੱਧਰ ਨੂੰ ਜਾ ਰਿਹਾ ਹੈ। ਉਹਨੂੰ ਕੋਈ ਚਿੰਤਾ ਨਹੀਂ। ਕਹਿੰਦਾ ਚੱਲੀ ਚੱਲ, ਮੇਰਾ ਫਰਜ਼ ਹੈ, ਮੈਂ ਪਾਲਾਂਗਾ, ਦਿਆਂਗਾ ਸਭ ਕੁਝ। ਜਿੱਦਣ ਵੇਲਾ ਆਇਆ ਉਦੋਂ ਤੇ ਮੈਂ ਕਰਮ ਦੇ ਹਿਸਾਬ ਦੇ ਨਾਲ ਨਿਬੇੜਾ ਕਰਾਂਗਾ। ਚਿੰਤਾ ਮੈਂ ਕਾਹਦੀ ਕਰਾਂ, ਚਿੰਤਾ ਤੂੰ ਕਰ ਮਨਾ। ਇਸ ਵਾਸਤੇ ਗੁਰੂ ਖਾਲਸਾ ਜੀ ਪਰਮੇਸ਼ਰ ਅਚਿੰਤ ਹੈ ਤੇ ਬ੍ਰਹਮ ਗਿਆਨੀ ਜਿਹੜਾ ਹੈ ਅਚਿੰਤ ਹੋ ਕੇ ਵਿਚਰਦਾ। ਉਹਦੇ ਅੰਦਰ ਵੀ ਹਿਰਦੇ ਦੇ ਵਿੱਚ ਵੀ ਅਚਿੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਜਾਪ ਹੈ ਜੀ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਔਰ ਜੋ ਬ੍ਰਹਮ ਗਿਆਨੀ ਦਾ ਮੰਤ ਉਪਦੇਸ਼ ਹੈ, ਮੰਤਰ ਹੈ, ਉਹ ਨਿਰਮਲ ਹੈ। ਭਾਵ ਮਨ ਨੂੰ ਸੀਤਲ ਕਰਨ ਵਾਲਾ, ਠੰਡ ਪਾਉਣ ਵਾਲਾ ਹੈ। ਮੰਤ ਦਾ ਅਰਥ ਮੰਤਰ ਵੀ ਕਰਦੇ ਨੇ, ਸਲਾਹ ਵੀ ਕਰਦੇ ਨੇ ਔਰ ਉਪਦੇਸ਼ ਵੀ ਕਰਦੇ ਨੇ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਜੋ ਬ੍ਰਹਮ ਗਿਆਨੀ ਦਾ ਉਪਦੇਸ਼ ਹੈ ਗੁਰੂ ਖਾਲਸਾ ਜੀ ਉਜਲਾ ਹੈ, ਨਿਰਮਲ ਹੈ, ਮੈਲ ਤੋਂ ਰਹਿਤ ਹੈ, ਪਰਉਪਕਾਰ ਕਲਿਆਣ ਹਿਤ ਹੈ ਔਰ ਸਾਂਝੀ ਵਾਲਤਾ ਦਾ ਉਪਦੇਸ਼ ਹੈ। ਜਿਹੜਾ ਵੀ ਇਸ ਨਿਰਮਲ ਉਪਦੇਸ਼ ਨੂੰ ਕਮਾ ਲੈਂਦਾ ਹੈ, ਨਿਰਮਲ ਹੋ ਜਾਂਦਾ ਹੈ। ਜਿਵੇਂ ਗੰਦਲੇ ਪਾਣੀ ਤੇ ਸਾਫ਼ ਪਾਣੀ ਪਾ ਦਈਏ ਨਾ, ਉਹ ਗੁਰੂ ਖਾਲਸਾ ਜੀ ਫਿਰ ਗੰਦਿਆਈ ਨੂੰ ਧੋ ਕੇ ਤੇ ਸਫਾਈ ਰੱਖ ਦਿੰਦਾ ਹੈ। ਇਦਾਂ ਹੀ ਅੰਦਰ ਸਾਡਾ ਮਲੀਨ ਹੋਇਆ ਹੈ, ਉੱਥੇ ਨਿਰਮਲ ਉਪਦੇਸ਼ ਜੇ ਵਸ ਜਾਏ ਤੇ ਸਾਡਾ ਹਿਰਦਾ ਵੀ ਜਿਹੜਾ ਨਿਰਮਲ ਹੋ ਜਾਏ। ਸੋ ਬ੍ਰਹਮ ਗਿਆਨੀ ਜਿਹੜਾ ਮੰਤਰ ਉਪਦੇਸ਼ ਹੈ, ਉਹ ਵੀ ਗੁਰੂ ਖਾਲਸਾ ਜੀ ਨਿਰਮਲ ਉਜਲਾ ਹੀ ਹੈ ਜੀ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਇੱਥੇ ਫੇਰ ਅੱਗੇ ਜ਼ਿਕਰ ਆ ਗਿਆ। ਕਹਿ ਲਗੇ ਹਰ ਕੋਈ ਬ੍ਰਹਮ ਗਿਆਨੀ ਨਹੀਂ ਹੈ। ਆਪਾਂ ਆਪਣੇ ਨਾਂ ਦੇ ਨਾਲ ਬ੍ਰਹਮ ਗਿਆਨੀ ਲਿਖਵਾ ਲਈਏ ਤੇ ਨਾਂ ਲੈਣ ਦੇ ਨਾਲ ਕੋਈ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ। ਬ੍ਰਹਮ ਗਿਆਨੀ ਉਹ ਹੀ ਹੈ ਜਿਸ ਕਰੈ ਪ੍ਰਭ ਆਪ, ਜਿਹਨੂੰ ਪਰਮੇਸ਼ਰ ਆਪ ਗੁਰੂ ਖਾਲਸਾ ਜੀ ਕਰੇ। ਇੱਥੇ ਤੇ ਚੋਰ ਵੀ ਮਰਿਆ ਹੋਵੇ, ਗੁਰੂ ਖਾਲਸਾ ਜੀ ਅਪਰਾਧ ਕਰਨ ਵਾਲਾ, ਪਾਪ ਕਰਨ ਵਾਲਾ ਮੁਜਲਮ ਵੀ ਮਰਿਆ ਹੋਵੇ ਤੇ ਉਹਦੇ ਗਾੜੀ ਵੀ ਸਵਰਗ ਵਾਸੀ ਤੇ ਸੱਚਖੰਡ ਵਾਸੀ ਲਿਖਿਆ ਹੁੰਦਾ।
ਜੇ ਇਦਾਂ ਲਿਖਣ ਦੇ ਨਾਲ ਹੀ ਸੱਚਖੰਡ ਵਾਸੀ ਬਣ ਲੱਗੇ ਫਿਰ ਕਰਮਾਂ ਦੀ ਕੀ ਲੋੜ ਪਈ। ਜੇ ਲਿਖਣ ਦੇ ਨਾਲ ਹੀ ਆਪਾਂ ਬ੍ਰਹਮ ਗਿਆਨੀ ਹੋਣ ਲੱਗੇ ਫਿਰ ਬਾਣੀ ਦੀ, ਗੁਰੂ ਦੀ ਕਿਰਪਾ, ਗੁਰੂ ਕੀ ਸੰਗਤ, ਸਾਧੂ ਸੰਤਾਂ ਦੀ ਕੀ ਲੋੜ ਪਈ। ਇਸ ਵਾਸਤੇ ਜਿਸ ਕਰਾ ਪ੍ਰਭ ਆਪ, ਜਿਸ ਨੂੰ ਮਾਲਕ ਆਪ ਦਇਆ ਕਰਕੇ, ਮਿਹਰ ਕਰਕੇ ਬ੍ਰਹਮ ਗਿਆਨੀ ਦੀ ਦਾਤ ਬਖਸ਼ਦੇ ਨੇ, ਉਹ ਹੀ ਬ੍ਰਹਮ ਗਿਆਨੀ ਬਣਦਾ ਹੈ। ਪਿੱਛੇ ਆ ਵੀ ਗਿਆ ਹੈ ਨਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਜਿਨ੍ਹਾਂ ਨੂੰ ਮਾਲਕ ਆਪ ਬ੍ਰਹਮ ਗਿਆਨੀ ਬਣਾਉਂਦਾ ਹੈ, ਧੁਰ ਤੋਂ ਹੀ ਬਣਾ ਕੇ ਭੇਜੇ। ਕਿਉਂਕਿ ਇੱਥੇ ਕਈਆਂ ਦਾ ਮਸ਼ਵਰਾ ਆਉਂਦਾ ਜੀ ਨਹੀਂ ਕੁਝ ਨਹੀਂ ਹੁੰਦਾ। ਆਨੰਦ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਹੈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਜ਼ਿਕਰ ਕਰਦੇ ਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਗੁਰੂ ਅਮਰਦਾਸ ਜੀ ਕਹਿੰਦੇ ਜਿਹਨੂੰ ਧੁਰ ਤੋਂ ਹੀ ਪਰਮੇਸ਼ਰ ਨੇ ਕਰਮ ਪਾ ਕੇ ਭੇਜਿਆ ਨਾ, ਅੱਜ ਉਹੀ ਨਾਮ ਦੇ ਨਾਲ ਲੱਗਾ ਹੋਇਆ। ਤੇ ਜਿਹਨੂੰ ਧੁਰ ਤੋਂ ਹੀ ਗੁਰੂ ਖਾਲਸਾ ਜੀ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ ਨਾ, ਉਹੋ ਹੀ ਗਰੀਬ ਨਵਾਜ ਪਾਤਸ਼ਾਹ ਜ਼ਿਕਰ ਕਰਦੇ ਬ੍ਰਹਮ ਗਿਆਨੀ ਹੁੰਦਾ। ਜਿਨ੍ਹਾਂ ਦੀ ਇਹ ਬਾਣੀ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੇ ਪ੍ਰਥਾਏ ਸਵਈਆਂ ਚ ਭੱਟ ਸਾਹਿਬਾਨਾਂ ਦਾ ਬਚਨ ਆਉਂਦਾ, ਤੈ ਜਨਮਤ ਕਹਿ ਲੱਗੇ ਜਨਮ ਤੋਂ ਹੀ ਗੁਰਮਤ ਨੂੰ, ਬ੍ਰਹਮ ਨੂੰ ਪਛਾਣਨਾ ਕੀਤਾ ਹੈ। ਇਹ ਨਹੀਂ ਕਿਹਾ ਵੀ ਬਾਅਦ ਵਿੱਚ, ਜਨਮ ਤੋਂ ਹੀ ਤੁਸੀਂ ਗੁਰਮਤ ਨੂੰ, ਬ੍ਰਹਮ ਨੂੰ ਪਛਾਣਿਆ। ਇਹਦੇ ਤੋਂ ਭਾਵ ਧੁਰ ਤੋਂ। ਸੋ ਇਸ ਵਾਸਤੇ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਉਹ ਹੀ ਹੈ ਜਿਸ ਨੂੰ ਗਰੀਬ ਨਵਾਜ ਆਪ ਕਿਰਪਾ ਕਰਕੇ ਇਹ ਦਾਤ ਬਖਸ਼ਦੇ ਨੇ, ਆਪ ਬ੍ਰਹਮ ਗਿਆਨੀ ਬਣਾਉਂਦੇ ਹਨ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨੀ ਦਾ ਗੁਰੂ ਖਾਲਸਾ ਜੀ ਜਿਹੜਾ ਪ੍ਰਤਾਪ ਹੈ ਨਾ, ਬੜਾ ਵੱਡਾ ਹੈ। ਪ੍ਰਤਾਪ ਬਹੁਤ ਵੱਡਾ ਹੈ। ਜਿਵੇਂ ਇੱਕ ਕਲਾਸ ਦੇ ਵਿੱਚ ਗੁਰੂ ਖਾਲਸਾ ਜੀ ਅਧਿਆਪਕ ਦਾ ਪ੍ਰਤਾਪ ਹੁੰਦਾ, ਸਾਰੇ ਬੱਚੇ ਡਹਿਲ ਜਾਂਦੇ ਹਨ। ਇੱਕ ਲੀਡਰ ਦਾ ਪ੍ਰਤਾਪ ਹੁੰਦਾ, ਇੱਕ ਅਫਸਰ ਦਾ ਪ੍ਰਤਾਪ ਹੁੰਦਾ, ਘਰ ਦੇ ਵਿੱਚ ਵੀ ਇੱਕ ਮੁਖੀਏ ਦਾ ਪ੍ਰਤਾਪ ਪ੍ਰਭਾਵ ਹੁੰਦਾ। ਏਦਾਂ ਹੀ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਦਾ ਪ੍ਰਤਾਪ ਹੁੰਦਾ। ਉਹਦਾ ਪ੍ਰਤਾਪ ਕੀ ਹੈ? ਬ੍ਰਹਮ ਗਿਆਨੀ ਸਮੇਂ ਦੀ ਆਪਦਾ ਵਿਪਤਾ ਨੂੰ ਬਹੁਤ ਥੋੜੇ ਪਲਾਂ ਵਿੱਚ ਹਰ ਜਾਂਦਾ। ਬ੍ਰਹਮ ਗਿਆਨੀ ਦਾ ਪ੍ਰਤਾਪ ਇਦਾਂ ਦਾ ਹੈ, ਜਿਵੇਂ ਸ਼ਬਦ ਆਉਂਦਾ ਨਾ, ਵਿਦਵਾਨ ਜਨ ਕਹਿੰਦੇ ਜੰਗਲਾਂ 'ਚ ਮੰਗਲ ਲਾਉਣੇ, ਇਹ ਪ੍ਰਤਾਪ ਹੀ ਹੈ। ਕੋਈ ਘਰ ਬਣਾ ਕੇ ਸਾਰੀ ਉਮਰ ਜੰਗਲ 'ਚ ਰਹੇ ਤੇ ਮੰਗਲ ਨਹੀਂ ਲੱਗਦਾ, ਪਰ ਬ੍ਰਹਮ ਗਿਆਨੀ ਘੜੀ ਕੀ ਗੁਰੂ ਖਾਲਸਾ ਜੀ ਚੌਂਕੜਾ ਲਾ ਲਏ ਤੇ ਉੱਥੇ ਮੰਗਲ ਹੋ ਜਾਂਦਾ। ਇਹ ਪ੍ਰਤਾਪ ਹੈ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀ ਦੀ ਵੱਡੀ ਕਮਾਈ ਹੈ। ਜਿੱਥੇ ਵੀ ਗੁਰੂ ਖਾਲਸਾ ਜੀ ਉਹ ਬੈਠ ਜਾਂਦਾ ਹੈ, ਬਲਾਵਾਂ ਕਿਨਾਰਾ ਕਰ ਜਾਂਦੀਆਂ, ਦੁੱਖ ਦਲਿੱਦਰ ਲੈ ਜਾਂਦੇ ਨੇ। ਮਾੜੇ ਕਰਮ ਜੀਵਨ ਦੇ ਗੁਰੂ ਖਾਲਸਾ ਜੀ ਉਹਦਾ ਸੰਗ ਕਰਨ ਕਰਕੇ ਖਤਮ ਹੋ ਜਾਂਦੇ ਨੇ। ਜੀਵਨ ਜਿਹੜਾ ਹੈ ਗੁਰੂ ਚਰਨਾਂ ਦੇ ਨੇੜੇ ਹੋ ਜਾਂਦਾ ਹੈ। ਐਸਾ ਕਹਿੰਦੇ ਬ੍ਰਹਮ ਗਿਆਨੀ ਦਾ ਵੱਡ ਪ੍ਰਤਾਪ ਆ, ਵੱਡਾ ਪ੍ਰਤਾਪ ਹੈ ਜੀ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ। ਸਾਹਿਬ ਜੀ ਜ਼ਿਕਰ ਕਰਦੇ ਨੇ, ਇਹ ਗੁਰੂ ਕਿਆ ਸਿਖਾ, ਜਿਹੜਾ ਬ੍ਰਹਮ ਗਿਆਨੀ ਕਾ ਦਰਸ਼ਨ ਹੈ ਨਾ, ਬੜ ਭਾਗੀ ਪਾਈਐ, ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਇੱਥੇ ਵੀ ਕਈ ਤਰ੍ਹਾਂ ਦੇ ਵਿਚਾਰ ਨੇ। ਬ੍ਰਹਮ ਗਿਆਨੀ ਨੂੰ ਆਪਾਂ ਦੇਖ ਤੇ ਲਵਾਂਗੇ, ਪਰ ਉਸ ਸਟੇਜ ਤੋਂ ਨਹੀਂ ਜਿਹੜੀ ਸਟੇਜ ਤੇ ਉਹ ਵਿਚਰ ਰਿਹਾ ਹੈ। ਆਪ ਜੀ ਸਟੇਜ ਤੋਂ ਵੀ ਬਾਬਾ ਬਣਿਆ ਤੁਰਿਆ ਫਿਰਦਾ, ਲੋਕ ਮੰਨਦੇ ਨੇ, ਮੱਥੇ ਟਿਕਾਉਂਦਾ ਹੈ। ਮਿਲਾਂਗੇ, ਮੱਥਾ ਵੀ ਟੇਕ ਲਵਾਂਗੇ, ਅੰਦਰੋਂ ਨਹੀਂ ਮੰਨਿਆ ਜਾਏਗਾ। ਅੰਦਰੋਂ ਉਦੋਂ ਹੀ ਮੰਨਿਆ ਜਾਏਗਾ ਵੱਡ ਭਾਗੀ, ਜਿੱਦਣ ਵੱਡੇ ਭਾਗ ਹੋਣਗੇ। ਵੱਡੇ ਭਾਗੀ ਦਾ ਅਰਥ ਵਿਦਵਾਨਾਂ ਨੇ ਵੱਡੇ ਭਾਗ ਵੀ ਕੀਤਾ। ਇੱਕ ਅਰਥ ਇਹਦਾ ਹੋਰ ਕਰਦੇ ਨੇ, ਵੱਡ ਨਾਮ ਵਡੱਪਣ ਦਾ ਹੈ, ਭਾਗੀ ਨਾਮ ਭੱਜ ਜਾਣ ਦਾ ਹੈ, ਨਾਸ਼ ਹੋਣ ਦਾ ਹੈ। ਜਿੱਦਣ ਬੰਦਿਆ ਆਪਣੇ ਅੰਦਰੋਂ ਆਪਣਾ ਵਡੱਪਣ, ਆਪਣੀ ਵਡਿਆਈ, ਭਾਗੀ ਭੱਜ ਜਾਏ, ਖਤਮ ਹੋ ਜਾਏ, ਉਸ ਦਿਨ ਬ੍ਰਹਮ ਗਿਆਨੀ ਦਾ ਦਰਸ਼ਨ ਹੁੰਦਾ ਹੈ। ਜਿੱਦਣ ਆਪਣੇ ਅੰਦਰੋਂ ਮੈਂ ਮੇਰੀ ਆਪਣਾ ਵਡੱਪਣ ਖਤਮ ਹੋ ਜੇ, ਉਦੋਂ ਗੁਰੂ ਖਾਲਸਾ ਜੀ ਇਹ ਜਿਹੜੇ ਵੱਡੇ ਭਾਗਾਂ ਦੀ ਨਿਸ਼ਾਨੀ ਜ਼ਿਕਰ ਕਰਦੇ। ਦੂਜਾ ਵੱਡੇ ਭਾਗ ਉਦੋਂ ਹੀ ਬਣਦੇ ਜਦੋਂ ਆਪਣਾ ਵਡੱਪਣ ਖਤਮ ਕਰ ਲਈਏ।
ਜਿਵੇਂ ਬਾਣੀ 'ਚ ਸ਼ਬਦ ਆਉਂਦਾ ਨਾ, ਵੱਡ ਭਾਗੀ ਹਰ ਸੰਗਤ ਪਾਵੈ, ਵੱਡਿਆਂ ਭਾਗਾਂ ਵਾਲੇ ਹੀ ਸੰਗਤ ਕਰਦੇ ਆ ਨਾ। ਇਦਾਂ ਹਜੂਰ ਨੇ ਜ਼ਿਕਰ ਕੀਤਾ ਵੀ ਵੱਡਿਆਂ ਭਾਗਾਂ ਵਾਲਾ ਗੁਰੂ ਕੇ ਦੀਦਾਰ ਕਰਦਾ, ਵੱਡਿਆਂ ਭਾਗਾਂ ਸਦਕਾ ਹੀ ਦੀਦਾਰ ਹੁੰਦੇ ਹਨ। ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਐਸੇ ਬ੍ਰਹਮ ਗਿਆਨੀ ਦੇ ਤਾਈ ਗੁਰੂ ਖਾਲਸਾ ਜੀਓ ਬਲ ਬਲ ਬਲਿਹਾਰ ਜਾਣਾ ਚਾਹੀਦਾ, ਭਾਵ ਕੁਰਬਾਨ ਜਾਣਾ ਚਾਹੀਦਾ ਹੈ ਜੀ। ਬ੍ਰਹਮ ਗਿਆਨੀ ਕੋ ਖੋਜਹਿ ਮਹੇਸ਼ਵਰ, ਅੱਗੇ ਜ਼ਿਕਰ ਕਰਦੇ ਨੇ ਵੀ ਜੋ ਬ੍ਰਹਮ ਗਿਆਨੀ ਨੇ ਇਹਨਾਂ ਨੂੰ ਮਹੇਸ਼ਰ, ਮਹੇਸ਼ ਨਾਮ ਗੁਰੂ ਖਾਲਸਾ ਜੀ ਸ਼ਿਵ ਦੇ ਨਾਲ ਜੋੜ ਕੇ ਵੀ ਕਰਦੇ। ਵੱਡੇ ਵੱਡੇ ਸ਼ਿਵ ਜੀ ਵਰਗੇ ਜਿਹੜੇ ਈਸ਼ਵਰ ਦੇਵਤੇ ਨੇ ਜਾਂ ਸੁਰ ਦੇਵਤੇ ਨੇ, ਬ੍ਰਹਮ ਵਰਗੇ, ਵਿਸ਼ਨੂੰ ਵਰਗੇ ਜਾਂ ਹੋਰ ਜਾਂ ਮਹੇਸ਼ਰ, ਵੱਡੇ ਵੱਡੇ ਰਾਜੇ ਜਿਹੜੇ ਨੇ ਬ੍ਰਹਮ ਗਿਆਨੀ ਕੋ ਖੋਜਾ, ਉਹ ਵੀ ਬ੍ਰਹਮ ਗਿਆਨੀ ਨੂੰ ਖੋਜਦੇ ਲੱਭਦੇ। ਇੱਕ ਜ਼ਿਕਰ ਆਉਂਦਾ ਵੀ ਇੱਕ ਵਿਦਵਾਨ ਪੰਡਤ ਸੀ, ਉਹਦੇ ਘਰ ਸੰਤਾਨ ਨਾ ਹੋਈ ਤੇ ਉਹਨੇ ਸੰਤਾਨ ਦੀ ਪ੍ਰਾਪਤੀ ਵਾਸਤੇ ਗੁਰੂ ਖਾਲਸਾ ਜੀ ਬੜੇ ਯੱਗ ਕੀਤੇ। ਯੱਗ ਕਰਦਿਆਂ ਕਿਤੇ ਕੋਈ ਢਲਿਆਈ ਰਹਿ ਗਈ, ਢਲਿਆਈ ਤੇ ਢਲਿਆਈ ਆ, ਭਾਵੇਂ ਅਸੀਂ ਮੰਨੀਏ ਤੇ ਭਾਵੇਂ ਨਾ ਮੰਨੀਏ। ਦਰਜੀ ਦੇ ਕੋਲੋਂ ਕੱਪੜਾ ਸਿਉਂਦਿਆਂ ਕਿਤੇ ਢਲਿਆਈ ਰਹਿ ਜੇ ਨਾ ਤੇ ਉਹ ਗੁਰੂ ਖਾਲਸਾ ਜੀ ਉੱਥੋਂ ਉਧਰਨਾ ਪਾਟਣਾ ਸ਼ੁਰੂ ਹੋ ਜਾਂਦਾ। ਮਕੈਨਿਕ ਦੇ ਕੋਲੋਂ ਕੋਈ ਮਸ਼ੀਨ, ਕੋਈ ਵੀ ਗੁਰੂ ਖਾਲਸਾ ਜੀ ਪੁਰਜਾ ਮਸ਼ੀਨ ਦਾ ਫਿੱਟ ਕਰਦਿਆਂ ਕੋਈ ਪੇਚ ਢਿੱਲਾ ਰਹਿ ਜੇ, ਉਹ ਉੱਥੋਂ ਗੁਰੂ ਖਾਲਸਾ ਜੀ ਲੇਕਨ ਜਾਂ ਜਿਹੜਾ ਫਾਲਟ ਹੈ ਸ਼ੁਰੂ ਹੋ ਜਾਂਦਾ ਹੈ। ਇੱਦਾਂ ਹੀ ਗੁਰਬਾਣੀ ਪੜ੍ਹਦਿਆਂ, ਗੁਰੂ ਕੇ ਦਰਬਾਰ ਵਿਚਰਦਿਆਂ ਕੋਈ ਢਲਿਆਈ ਰਹਿ ਜੇ ਤੇ ਜੀਵਨ ਦੀ ਉੱਥੋਂ ਹੀ ਘਾਟ, ਨੀਵਾਂ ਪੱਧਰ ਜਿਹੜਾ ਸ਼ੁਰੂ ਹੋ ਜਾਂਦਾ। ਉਹਦੇ ਕੋਲੋਂ ਗੁਰੂ ਖਾਲਸਾ ਜੀ ਜਾ ਕਰਦਿਆਂ ਢਲਿਆਈ ਰਹਿ ਗਈ, ਪੈਰਾਂ ਢਿੱਲਾ ਹੋ ਗਿਆ ਕਹਿ ਲਈਏ, ਜਾਂ ਮੁਕੰਮਲ ਉਹ ਮਰਜ਼ਾਦਾ ਨਾ ਕਰ ਨਾ ਸਕਿਆ। ਯੱਗ ਸੰਪੂਰਨ ਹੋਇਆ ਤੇ ਉਹਦੇ ਘਰ ਪੁੱਤਰ ਪੈਦਾ ਤੇ ਹੋਇਆ, ਪਰ ਪਿੰਗਲਾ ਹੋ ਗਿਆ। ਜਿੱਡੀ ਕੁ ਭਾਵਨਾ ਉਹਦੀ ਜਾਗਦੀ ਸੀ ਉਨੀ ਕੁ ਉਹਨੂੰ ਪ੍ਰਾਪਤੀ ਹੋ। ਪੁੱਤਰ ਪਿੰਗਲਾ ਉਹਨੂੰ ਤਾਂ ਮਿਲਿਆ ਕਿ ਉਹਦਾ ਕਰਮ ਸੀ ਕਿ ਉਹਦੇ ਕੋਲ ਯੱਗ ਜਿਹੜਾ ਸੀ ਕੋਈ ਮਰਜ਼ਾਦਾ ਨਾ ਹੋਇਆ। ਪਿੰਗਲਾ ਗੁਰੂ ਖਾਲਸਾ ਜੀ ਪੈਦਾ ਤੇ ਹੋ ਗਿਆ। ਹੁਣ ਜਿਹੜਾ ਪੈਦਾ ਹੋਇਆ ਸੀ ਉਹਦੇ ਪਿਛਲੇ ਕਰਮ ਚੰਗੇ ਸੀ, ਉਹਨੂੰ ਗਿਆਨ ਚੰਗਾ ਗਿਆਨਵਾਨ ਗੁਣਵਾਨ। ਉਹਦਾ ਪੰਡਿਤ ਹਰੀ ਸਿੰਘ ਦੇ ਜੀਵਨ ਚਰਿੱਤਰ ਵਿੱਚ ਇਹ ਕਥਾ ਆਉਂਦੀ ਹੈ ਕਿ ਜਿਸ ਵੇਲੇ ਉਹ ਪੰਡਿਤ ਆਪ ਕਿਸੇ ਬਾਹਰ ਵਿਸ਼ੇ ਦੇ ਉੱਪਰ ਚਰਚਾ ਕਰ ਰਿਹਾ ਸੀ, ਕਿਸੇ ਸੱਜਣ ਦੇ ਨਾਲ ਉਹਨੇ ਚਰਚਾ ਕਰਦਿਆਂ ਬਾਤ ਕੀਤੀ ਵੀ ਜਿਹੜਾ ਗਿਆਨਵਾਨ ਪੁਰਸ਼ ਹੁੰਦਾ ਹੈ ਨਾ, ਜਿਹਨੂੰ ਗਿਆਨ ਹੁੰਦਾ ਹੈ, ਗਿਆਨਵਾਨ ਹੋ ਜਾਂਦਾ ਹੈ, ਜਦੋਂ ਉਹ ਪੁਰਸ਼ ਸੌ ਜਾਂਦਾ ਹੈ ਤੇ ਉਹਦਾ ਗਿਆਨ ਉਦੋਂ ਨਾਲ ਹੀ ਖਤਮ ਹੋ ਜਾਂਦਾ, ਉਹ ਅਗਿਆਨੀ ਵਰਗਾ ਹੀ ਹੋ ਜਾਂਦਾ। ਗਿਆਨ ਉਹਨਾਂ ਚਿਰ ਹੀ ਆ ਜਿੰਨਾ ਚਿਰ ਜਾਗਦਾ ਹੈ, ਜਦੋਂ ਸੌਂ ਗਿਆ ਉਦੋਂ ਅਗਿਆਨੀ ਹੋ ਜਾਂਦਾ ਹੈ। ਤੇ ਨਾਲ ਹੀ ਕਿਹਾ ਵੀ ਗਿਆਨਵਾਨ ਤੇ ਅਗਿਆਨ ਦੇ ਵਿੱਚ ਕੀ ਪ੍ਰਕਿਰਿਆ, ਸੁੱਤੇ ਦੇ ਦੋਵੇਂ ਇੱਕੋ ਜਿਹੇ। ਉਹਦੇ ਪੁੱਤਰ ਪਿੰਗਲੇ ਨੇ ਜਵਾਬ ਦਿੱਤਾ ਵੀ ਨਹੀਂ, ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਨਾ, ਸਰੀਰ ਕਰਕੇ ਸੌਂਦੇ ਪਰ ਉਹਦੀ ਬਿਰਤੀ ਗੁਣ ਕਰਕੇ ਬ੍ਰਹਮ ਵਿੱਚ ਹੀ ਲੀਨ ਰਹਿੰਦੀ ਆ, ਉਹ ਨਹੀਂ ਕਦੇ ਸੌਂ। ਪਿਤਾ ਨੇ ਜਾਣਿਆ ਵੀ ਮੇਰਾ ਪੁੱਤਰ ਮੇਰੇ ਟੁਕੜਿਆਂ ਤੇ ਪਲ ਰਿਹਾ ਹੈ ਤੇ ਮੇਰੀ ਸਭਾ ਵਿੱਚ ਮੇਰੀ ਹੀ ਬੇਇੱਜ਼ਤੀ ਕਰਦਾ, ਮੈਨੂੰ ਹੀ ਨੀਵਾਂ ਦੱਸਦਾ ਪਿਆ, ਚੰਗਾ ਗੁਣਵਾਨ। ਕਹਿੰਦੇ ਇਸ ਭਾਵਨਾ ਦੇ ਨਾਲ ਉਹਨੇ ਆਪਣੇ ਪੁੱਤਰ ਨੂੰ ਬਾਹਰ ਜੰਗਲ ਵਿੱਚ ਛੱਡ ਦਿੱਤਾ। ਇਹਨੇ ਮੇਰੀ ਤੋਹੀਨ ਕੀਤੀ ਆ ਮੇਰੀ ਮਜਲਿਸ ਦੇ ਵਿੱਚ। ਜਿਹੜੇ ਜੰਗਲ 'ਚ ਛੱਡਣ ਵਾਸਤੇ ਗਿਆ ਸੀ ਉਹ ਸੁੱਕਾ ਸੀ, ਜਦੋਂ ਉਹ ਪਿੰਗਲੇ ਨੂੰ ਉਤਾਰਿਆ ਤੇ ਜੰਗਲ ਹਰਾ ਹੋ ਆਪ ਵਾਪਸ ਆ ਗਿਆ। ਗੁਰੂ ਖਾਲਸਾ ਜੀ ਜ਼ਿਕਰ ਆਉਂਦਾ ਵੀ ਕਈ ਜੀਵ ਜਾਨਵਰ ਜਿਹੜੇ ਸੀ ਉਹ ਫਲ ਤੋੜ ਕੇ ਉਹਦੇ ਅੱਗੇ ਸੁੱਟ ਜਾ ਖਾਣ ਤੇ ਉਹ ਟੁੰਡ ਦੇ ਨਾਲ ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰ ਆਪਣੀ ਭਗਤੀ 'ਚ ਲੀਨ ਰਿਹਾ। ਏਡੀ ਬਖਸ਼ਿਸ਼ ਹੋਈ, ਆਪਣੇ ਗੁਣਵਾਨ ਸੁਭਾਅ ਨੂੰ ਤਿਆਗਿਆ ਨਹੀਂ।
ਇਹਦੀ ਬਖਸ਼ਿਸ਼ ਨੂੰ ਵੇਖ ਕੇ ਇੱਕ ਦਿਨ ਜਿਹੜੇ ਨਾਰਦ ਜੀ ਨੇ ਉਹ ਜੰਗਲ ਵਿੱਚ ਉਤਰੇ ਤੇ ਉਹਨਾਂ ਵੇਖਿਆ ਵੀ ਬੜਾ ਬਾਲਕ ਕਰਨੀ ਵਾਲਾ ਹੈ, ਕਿਸੇ ਕਰਮ ਕਰਕੇ ਇੱਥੇ ਬੈਠਾ ਹੋ। ਆ ਕੇ ਮਿਲੇ ਤੇ ਕਹਿਣ ਲੱਗੇ ਵੀ ਤੁਸੀਂ ਮੈਨੂੰ ਜਾਣਦੇ ਹੋ? ਜਿਹੜਾ ਪਿੰਗਲ ਰੂਪ ਵਿੱਚ ਸੀ ਉਹਨੇ ਆਖਿਆ ਵੀ ਹਾਂ ਤੁਸੀਂ ਨਾਰਦ ਹੋ। ਨਾਰਦ ਜੀ ਕਹਿਣ ਲੱਗੇ ਕੁਝ ਵਾਰ ਮੰਗ ਮੈਂ ਦਿਆਂਗਾ। ਪਿੰਗਲ ਰੂਪ ਬੱਚੇ ਨੇ ਆਖਿਆ ਵੀ ਤੁਸੀਂ ਮੈਨੂੰ ਪਹਿਲਾਂ ਇਹ ਗੱਲ ਦੱਸੋ ਵੀ ਆਪਣੇ ਵੱਲੋਂ ਦਿਓਗੇ ਜਾਂ ਮੇਰੇ ਕਰਮਾਂ ਵੱਲੋਂ? ਕਹਿਣ ਲੱਗੇ ਤੇਰੇ ਕਰਮਾਂ ਵੱਲੋਂ। ਤੇ ਕਹਿਣ ਲੱਗਾ ਜੋ ਮੇਰੇ ਕਰਮਾਂ ਵੱਲੋਂ ਦੇਣਾ ਉਹ ਤੇ ਮੈਨੂੰ ਮਿਲ ਹੀ ਰਿਹਾ, ਫਿਰ ਰਹਿਣ। ਨਾਰਦ ਜੀ ਬੜੇ ਹੈਰਾਨ ਹੋਏ ਤੇ ਜਾਣਿਆ ਵੀ ਬਾਲਕ ਮੁਸਕਾਮੀ ਹੈ। ਉਹ ਵਾਪਸ ਗਏ, ਉਹਨਾਂ ਦੂਜਿਆਂ ਦੇਵਤਿਆਂ ਨੂੰ ਲਿਆਂਦਾ। ਸ਼ਿਵ ਆਏ, ਬ੍ਰਹਮਾ ਆਏ, ਵਿਸ਼ਨੂੰ ਆਏ। ਉਹਨਾਂ ਵੀ ਗੁਰੂ ਖਾਲਸਾ ਜੀ ਵਾਰੀ ਵਾਰੀ ਆ ਕੇ ਆਖਿਆ ਵੀ ਵਾਰ ਮੰਗ। ਇਹ ਕੋਈ ਜਵਾਬ ਦਿੱਤਾ ਵੀ ਮੈਨੂੰ ਆਪਣੇ ਕਰਮਾਂ ਵੱਲੋਂ ਦਓਗੇ ਜਾਂ ਮੇਰੇ ਕਰਮਾਂ ਵੱਲੋਂ? ਉਹਨਾਂ ਕਿਹਾ ਨਹੀਂ ਤੈਨੂੰ ਤੇਰੇ ਕਰਮਾਂ। ਉਹਦਾ ਜਵਾਬ ਸੀ ਵੀ ਮੇਰੇ ਕਰਮਾਂ ਦਾ ਫਲ ਤੇ ਵੀ ਮੈਨੂੰ ਮਿਲ ਹੀ ਰਿਹਾ, ਤੁਸੀਂ ਕੀ ਦੇਣਾ? ਜਿਹੜੇ ਮੇਰੇ ਕਰਮ ਨੇ ਉਹ ਤੇ ਮੈਂ ਭੋਗ ਹੀ ਰਿਹਾ ਹੈ। ਉਹਨਾਂ ਕਿਹਾ ਵੀ ਨਿਸ਼ਕਾਮੀ। ਸਾਰੇ ਹੀ ਕਹਿੰਦੇ ਵੀ ਇਹ ਰੂਪ ਵੇਖ ਕੇ, ਇਹ ਨਿਸ਼ਕਾਮਤਾ ਵੇਖ ਕੇ ਇਕੱਠੇ ਹੋ ਕੇ ਅਕਾਲ ਪੁਰਖ ਦੇ ਸਨਮੁਖ ਬੇਨਤੀ ਕੀਤੀ ਵੀ ਆ ਮਾਲਕ ਇਹਦੀ ਦੇਹ ਜਿਹੜੀ ਆ ਉਹ ਨਵੀਂ ਨਰੋਈ। ਕਹਿੰਦੇ ਅਰਦਾਸੇ ਦੀ ਦੇਰ ਸੀ, ਉਸ ਪਿੰਗਲੇ ਦਾ ਪਿੰਗਲਾਪਣ ਖਤਮ ਹੋ ਗਿਆ, ਦੇਹ ਨਵੀਂ ਸੋਨੇ ਵਰਗੀ ਕੰਚਨ ਵਰਗੀ ਹੋ ਗਈ, ਨਾਲ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ। ਉਹਦੇ ਪੰਡਤ ਪਿਤਾ ਨੂੰ ਪਤਾ ਲੱਗਾ ਵੀ ਪੁੱਤਰ ਚੰਗਾ ਭਲਾ ਹੋ ਗਿਆ ਤੇ ਲੱਭਦਾ ਲਭਾਉਂਦਾ ਗੁਰੂ ਖਾਲਸਾ ਜੀ ਉੱਥੇ। ਸੋ ਜਿਹੜੇ ਬ੍ਰਹਮ ਗਿਆਨੀ ਬਣ ਜਾਂਦੇ ਨੇ, ਵੱਡੇ ਵੱਡੇ ਦੇਵਤੇ, ਵੱਡੇ ਵੱਡੇ ਰਾਜੇ ਜਿਹੜੇ ਨੇ ਉਹ ਵੀ ਉਹਨਾਂ ਨੂੰ ਖੋਜਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜ਼ਿਕਰ ਕਰਦੇ ਵੀ ਬ੍ਰਹਮ ਗਿਆਨੀ ਕਹੋ ਖੋਜੇ ਮਹੇਸ਼ਰ। ਬ੍ਰਹਮ ਗਿਆਨੀ ਨੂੰ ਵੱਡੇ ਵੱਡੇ ਦੇਵਤੇ, ਰਾਜੇ, ਮਹਾਰਾਜੇ ਖੋਜਦੇ ਹਨ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਕਹਿੰਦੇ ਫੇ ਬ੍ਰਹਮ ਗਿਆਨੀ ਕੋਈ ਹੋਰ ਨਹੀਂ ਹੈ ਬੰਦਿਆ, ਆਪ ਪਰਮੇਸ਼ਰ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਬ੍ਰਹਮ ਗਿਆਨੀ, ਆਪ ਹੀ ਬਖਸ਼ਿਸ਼ ਦਾ ਮਾਲਕ ਹੈ, ਆਪ ਹੀ ਰਹਿਮਤਾਂ ਦਾ, ਬਖਸ਼ਿਸ਼ਾਂ ਭਰਿਆ ਖਜ਼ਾਨਿਆਂ ਦਾ ਮਾਲਕ, ਆਪ ਪਰਮੇਸ਼ਰ। ਨਾਨਕ ਬ੍ਰਹਮ ਗਿਆਨੀ। ਜਿਵੇਂ ਆਪਾਂ ਪੜ੍ਹਦੇ ਆ ਨਾ, ਆਪ ਨਾਰਾਇਣ ਕਲਾਕਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇੱਦਾਂ ਹੀ ਇੱਥੇ ਜ਼ਿਕਰ ਹੈ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਆਪ ਹੀ ਬ੍ਰਹਮ ਗਿਆਨੀ ਹੈ ਤੇ ਬ੍ਰਹਮ ਗਿਆਨੀ ਸਮੇਂ ਨਾਲ ਆਪ ਹੀ ਪਰਮੇਸ਼ਰ ਜੀ। ਇਹ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਦੱਸਦੇ ਨੇ। 6 ਪਦੇ ਹੋਏ ਨੇ, 2 ਪਦੇ ਗੁਰੂ ਖਾਲਸਾ ਜੀ ਆਪਣੀ ਪਦੀ ਪੰਚਪਦੀ ਦੇ ਹੋਰ ਬਾਕੀ ਨੇ, ਅੱਗੇ ਜ਼ਿਕਰ ਆਵੇਗਾ। ਕੱਲ੍ਹ ਨੂੰ ਗੁਰੂ ਖਾਲਸਾ ਜੀ ਬਾਬਾ ਪਾਲਾ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਗੁਰੂ ਖਾਲਸਾ ਜੀ ਬਖਸ਼ੀ ਹੈ, ਸਮੂਹ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਹਾਜ਼ਰੀਆਂ ਕਰੀਏ। ਅੱਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦਾ ਜੋਤੀ ਜੋਤ ਦਿਵਸ 5 ਮਈ 1479 ਨੂੰ ਬਾਸਰ ਕੇ ਅੰਮ੍ਰਿਤਸਰ ਵਿੱਚ ਗੁਰੂ ਖਾਲਸਾ ਜੀਓ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਜਨਮ ਹੈ ਪਿਤਾ ਭਾਈ ਤੇਜਪਾਲ ਜੀ ਦੀ ਗ੍ਰਹਿ ਵਿੱਚ ਹੋਇਆ। ਬਚਪਨ ਤੋਂ ਗੁਰੂ ਖਾਲਸਾ ਜੀ ਇਹਨਾਂ ਨੇ ਕੋਈ ਇਹੋ ਜਿਹਾ ਕਾਰਜ ਨਹੀਂ ਜਿਹੜਾ ਸੀ ਕੀਤਾ, ਤਾਂ ਸੀ ਪਰਮੇਸ਼ਰ ਨੂੰ ਮਿਲਣ। ਔਰ ਗੁਰੂ ਖਾਲਸਾ ਜੀ 1503 ਦੇ ਵਿੱਚ ਇਹਨਾਂ ਦਾ ਆਨੰਦ ਕਾਰਜ ਹੁੰਦਾ ਹੈ। 2 ਪੁੱਤਰ ਹੋਏ ਨੇ, ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਬਾਬਾ ਦਾਤੂ ਤੇ ਬਾਬਾ ਦਾਸੂ ਜੀ ਗੁਰੂ ਅੰਗਦ ਦੇਵ ਸਾਹਿਬ ਜੀ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ 2 ਪੁੱਤਰ ਤੇ 2 ਧੀਆਂ, ਬੀਬੀ ਭਾਨੀ ਜੀ, ਬੀਬੀ ਦਾਨੀ ਜੀ। ਇਹ ਗੁਰੂ ਖਾਲਸਾ ਜੀ ਹਰਿਦੁਆਰ ਗੰਗਾ ਦੇ ਉੱਪਰ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸੀ। 20 ਵਾਰ ਗਏ ਨੇ। ਰਸਤੇ ਜਾਂਦਿਆਂ ਕਈ ਵਾਰ ਕਈਆਂ ਨਾਲ ਮਿਲਾਪ ਹੋਣਾ, ਨੰਗੇ ਪੈਰੀ ਜਾਣਾ, ਕਿਤੇ ਬਾਸਰ ਗਿਆ, ਕਿਤੇ ਹਰਿਦੁਆਰ।
ਇੱਕ ਵਾਰ ਰਸਤੇ 'ਚ ਬੈਠਿਆਂ ਚਰਚਾ ਚੱਲੀ ਤੇ ਜਿਹਦਾ ਸੰਗ ਕਰ ਰਹੇ ਸੀ ਉਹਨੇ ਪੁੱਛਿਆ ਵੀ ਪੁਰਖਾ ਕੋਈ ਗੁਰੂ ਬਣਾਇਆ ਹੈ? ਕਹਿਣ ਲੱਗੇ ਵੀ ਨਹੀਂ, ਮੈਂ ਕੋਈ ਗੁਰੂ ਨਹੀਂ ਤਾਂ। ਇਤਿਹਾਸ ਜ਼ਿਕਰ ਆਉਂਦਾ ਵੀ ਤਕਰੀਬਨ 17-72 ਸਾਲਾਂ ਦੇ ਕਰੀਬ ਉਮਰ ਹੋ ਚੁੱਕੀ ਸੀ। ਉਹ ਪੰਡਤ ਨੇ ਬੜਾ ਦੁਰਕਾਰਿਆ ਬਾਬੇ ਅਮਰਦਾਸ ਨੂੰ, ਬਹੁਤ ਕਠਿਨ ਕਰੜੇ ਬਚਨ ਬੋਲੇ। ਸ਼ਬਦ ਆਉਂਦੇ ਆ, ਬ੍ਰਿਧ ਹੋਤ ਲੋ ਇਮ ਰਹੇ ਨਾ ਗੁਰੂ ਬਨਾਇਓ, ਮਹਾ ਕਰਮ ਕੋਟਾ ਕੀਓ ਮਨ ਮਤ ਬਿਰਨਾ। ਬਾਬਾ ਅਮਰਦਾਸ ਇੱਦਾਂ ਹੀ ਬੁੱਢਾ ਹੋ ਗਿਆ ਹੈ, ਕੋਈ ਗੁਰੂ ਹੀ ਨਹੀਂ ਧਾਰਿਆ, ਕਹਿੰਦੇ ਬੜਾ ਮਾੜਾ ਕੰਮ ਕੀਤਾ, ਸਾਰੀ ਉਮਰ ਖੁਆਰ ਕਰਕੇ ਗਵਾ। ਇਹ ਬਚਨ ਗੁਰੂ ਖਾਲਸਾ ਜੀ ਰੜਕਦਾ ਰਿਹਾ, ਰਾਤ ਨੀਂਦ ਨਾ ਆਈ, ਰੋਟੀ ਨਾ ਲੱਗੀ। ਅੰਮ੍ਰਿਤ ਵੇਲਾ ਆਇਆ ਤੇ ਜਿਹੜੀ ਨਹੁੰ ਆਈ ਸੀ ਨਾ ਕਰਦੇ ਵਿੱਚ, ਗੁਰੂ ਖਾਲਸਾ ਜੀ ਭਰਾ ਦੇ ਪੁੱਤਰ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਪੁੱਤਰੀ ਵਿਆਹੀ ਹੋਈ। ਉਹਨੇ ਅੰਮ੍ਰਿਤ ਵੇਲੇ ਵੀ ਮਧਾਣੀ ਰੜਕੀ ਤੇ ਨਾਲ ਗੁਰੂ ਕਾ ਸ਼ਬਦ ਪੜ੍ਹਿਆ। ਜਦੋਂ ਸ਼ਬਦ ਦਾ ਜਾਪ ਕੀਤਾ ਨਾ, ਬਾਬੇ ਅਮਰਦਾਸ ਨੂੰ ਖਿੱਚ ਪਈ, ਮਨ ਠਹਿਰ ਗਿਆ, ਟਿਕਾਚ ਆਇਆ, ਸਾਹਮਣੇ ਹੋ ਕੇ ਪੁੱਛਿਆ ਵੀ ਇਹ ਸ਼ਬਦ ਕਿਹਦਾ ਹੈ, ਮੈਂ ਦਰਸ਼ਨ ਕਰਨੇ। ਉਸਨੇ ਜਵਾਬ ਦਿੱਤਾ ਵੀ ਜਿਨ੍ਹਾਂ ਦਾ ਸ਼ਬਦ ਹੈ ਉਹ ਸਰੀਰ ਕਰਕੇ ਨਹੀਂ ਰਹੇ, ਉਹਨਾਂ ਦੀ ਜੋਤ ਮੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਜੀ। ਇਹ ਵੀ ਗੁਰੂ ਖਾਲਸਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲ ਗੁਰੂ ਉਤਾਰਨ ਵਾਸਤੇ ਗਏ। 12 ਸਾਲ ਉੱਥੇ ਇਹਨਾਂ ਨੇ ਸੇਵਾ ਕੀਤੀ। ਕਿਤੇ ਖਡੂਰ ਸਾਹਿਬ ਹੈ ਤੇ ਕਿਤੇ ਗੋਇੰਦਵਾਲ ਸਾਹਿਬ, ਵਿਆਸਾ ਦਰਿਆ। 12 ਸਾਲ ਨਿਰੰਤਰ ਗੁਰੂ ਖਾਲਸਾ ਜੀ, ਮੀਂਹ ਆਵੇ, ਹਨੇਰੀ ਆਵੇ, ਸਿਆਲ ਹੋਵੇ, ਗਰਮੀ ਹੋਵੇ, ਜਲ ਦੀ ਗਾਗਰ ਜਿਹੜੀਆਂ ਨਿਰੰਤਰ ਤੁਰੀ ਹੋਈ। ਇੱਥੋਂ ਤੱਕ ਜ਼ਿਕਰ ਆਉਂਦਾ ਵੀ ਪੁੱਠੇ ਪੈਰੀ ਜਾਂਦੇ ਹੁੰਦੇ ਸੀ ਗੁਰੂ ਸਾਹਿਬ ਕਿ ਮੇਰੀ ਪਿੱਠ ਨਾ ਹੋ ਜਾਏ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ ਉੱਥੋਂ ਤੱਕ ਪੁੱਠੇ ਪੈਰੀ ਜਾ ਕੇ ਮੱਥਾ ਟੇਕ ਕੇ ਤੇ ਫੇਰ ਦਰਿਆ ਵੱਲ ਨੂੰ ਕਰਕੇ ਇੰਨਾ ਸਤਿਕਾਰ ਕੀਤਾ। ਬੜਾ ਕੁਝ ਵਾਪਰਿਆ। ਲੋਕਾਂ ਕਿਹਾ ਵੀ ਘਰ ਛੱਡ ਕੇ ਗੁਰੂ ਘਰ ਦੀਆਂ ਰੋਟੀਆਂ ਖਾਂਦਾ, ਵੇਲਾ ਅਮਰੂ ਨਖਾਵਾ। ਬੜੇ ਬੜੇ ਸ਼ਬਦ ਗੁਰੂ ਖਾਲਸਾ ਜੀ ਵਾਪਰੇ। ਗੁਰੂ ਅੰਗਦ ਦੇਵ ਸਾਹਿਬ ਜੀ ਦਾ ਬਚਨ ਮੰਨ ਕੇ ਬਾਬੇ ਅਮਰਦਾਸ ਨੇ ਸਾਰੇ ਕਈ ਵਾਰ ਸੇਵਾ ਕਰਨੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਧਿਆਨ ਹੀ ਨਾ ਦੇਣਾ। ਫੇਰ ਵੀ ਗੁਰੂ ਖਾਲਸਾ ਜੀ 12 ਸਾਲ ਸੇਵਾ ਕੀਤੀ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੀ ਗੁਰਿਆਈ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਖਸ਼ ਦਿੱਤੀ। ਗੋਇੰਦਵਾਲ ਸ਼ਹਿਰ ਵਸਾਇਆ। ਭੱਟ ਸਾਹਿਬਾਨਾਂ ਨੇ ਜੇ ਸ਼ਬਦ ਉਚਾਰਿਆ, ਕੱਲ੍ਹ ਵੀ ਸਾਨੂੰ ਕਰ ਰਹੇ ਸਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਹੈ, ਕੋਈ ਸ਼ੱਕ ਨਹੀਂ। ਪਰ ਮੇਰੇ ਖਿਆਲ ਨਾਲ ਇਹ ਸੱਚਖੰਡ ਬਾਅਦ 'ਚ ਬਣਿਆ। ਇਹਦੇ ਤੋਂ ਪਹਿਲਾਂ ਇੱਕ ਸੱਚਖੰਡ ਬਣਿਆ, ਉਹ ਹੈ ਗੋਇੰਦਵਾਲ ਸ਼ਹਿਰ। ਬਾਣੀ ਸ਼ਬਦ ਆਉਂਦਾ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਗੋਬਿੰਦਪੁਰੀ ਦੇ ਬਰਾਬਰ ਗੁਰੂ ਖਾਲਸਾ ਜੀ ਗੋਇੰਦਵਾਲ ਸ਼ਹਿਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਸੀ ਵਸਾਵਣਾ। ਧੰਨ ਗੁਰੂ ਅਮਰਦਾਸ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਨੇ ਰਹਿਮਤਾਂ ਵਰਤਾਈਆਂ। ਇੱਥੇ ਗੁਰੂ ਖਾਲਸਾ ਜੀ ਫੇਰ ਸੋਹਣਾ ਸ਼ਹਿਰ ਵਸਾਇਆ। ਸਤੀ ਪ੍ਰਥਾ ਦੀ ਰੋਕ ਲਾਈ, ਬਾਲ ਵਿਆਹ ਤੇ ਰੋਕ ਲਾਈ, ਪੰਗਤ ਤੇ ਸੰਗਤ ਦੀ ਪ੍ਰਥਾ ਆਰੰਭ ਕੀਤੀ। 22 ਮੰਜੀ ਦਾ ਥਾਪੇ ਗੁਰੂ ਖਾਲਸਾ ਜੀ ਮੱਥੋਂ ਮੁਰਾਰੀ ਵਰਗਿਆਂ ਨੂੰ ਮੰਗੀ। ਕਈ ਕੋੜੀਆਂ ਦਾ ਉਧਾਰ ਕੀਤਾ। ਬਾਬਾ ਸਾਵਣ ਮਾਲ ਜੀ ਵਰਗਿਆਂ ਨੂੰ ਗੁਰੂ ਖਾਲਸਾ ਜੀ ਨਿਵਾਜਿਆ। ਇੱਥੇ ਫਿਰ ਭਾਈ ਜੇਠਾ ਜੀ ਆਏ। ਲੰਬੇਰਾ ਸਮਾਂ ਉਹਨਾਂ ਨੇ ਸੇਵਾ ਕੀਤੀ। ਬੌਲੀ ਦਾ ਨਿਰਮਾਣ ਹੋਇਆ ਤੇ ਇਹ ਤਾਪ ਨੂੰ ਗੁਰੂ ਖਾਲਸਾ ਜੀ ਇੱਥੇ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਸੀ ਉਹ ਸੰਕੋਚਿਆ। ਇੱਥੋਂ ਫਿਰ ਤਖਤ ਦਾ ਜਿਹੜਾ ਸੁਭਾਅ ਸੀ ਆਪਣੀ ਧੀ ਦਾ ਪਹਿਲਾਂ ਆਨੰਦ ਕਾਰਜ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤਾ। ਫਿਰ ਗੁਰੂ ਖਾਲਸਾ ਜੀ ਆਪ ਆਪਣਾ ਤਖਤ ਜਿਹੜਾ ਸੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਕੇ ਤਕਰੀਬਨ 1574 ਵਿੱਚ ਅੱਜ ਦੇ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋ ਸਮਾਏ। ਅੱਜ ਉਹਨਾਂ ਦੀ ਯਾਦ ਵਿੱਚ ਭਾਰੀ ਪੁਰਖ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ 'ਤੇ ਲੱਗਾ। ਬਾਰੰਬਾਰ ਨਮਸਕਾਰ ਧੰਨ ਗੁਰੂ ਅਮਰਦਾਸ ਸਾਹਿਬ ਜੀ। ਭੱਟ ਸਾਹਿਬਾਨਾਂ ਨੇ ਉਚਾਰਿਆ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਧੰਨ ਗੁਰੂ ਅਮਰਦਾਸ ਸਾਹਿਬ ਤੇਰੀ ਤੈਨੂੰ ਬਾਣ। ਸਤਿਗੁਰੂ ਜੀ ਦਇਆ ਕਰ, ਕੋਈ ਬਿਲਕੁਲ ਦੀ ਕਿਰਪਾ
ਸਮੂਹ ਸਿੰਘ ਸੰਤਾਂ ਦਾ ਗਾਵਿਆ ਸੁਣਿਆ ਥਾਏ ਪਾਉਣ ਅਗਾਤ ਉਸ ਮਤ ਬਖਸ਼ ਕੇ ਆਪ ਸੇਵਾਵਾਂ ਕਰਾਉਂਦੇ ਰਹਿਣ। ਗੁਰੂ ਚਰਨਾਂ ਨਾਲ ਪ੍ਰੀਤ ਬਣੀ ਰਵੇ। ਅਤੀ ਸਤਿਕਾਰਯੋਗ ਵਿਦਿਆ ਦਾਤੇ ਬਾਬਾ ਗੁਰਵਿੰਦਰ ਸਿੰਘ ਜੀ ਨਗਰੀ ਵਾਲੇ ਉਹਨਾਂ ਤਰਸ ਕੀਤਾ ਉਹਨਾਂ ਦਾਸ ਤੇ ਜੋ ਹਾਜ਼ਰੀ ਭਰਨ ਦਾ ਸਮਾਂ ਬਖਸ਼ ਕੀਤਾ ਉਹਨਾਂ ਦਾ ਧੰਨਵਾਦ ਹੈ। ਸਮੂਹ ਸੰਗਤ ਦਾ ਧੰਨਵਾਦ ਹੈ। ਕੋਟਿ ਕੋਟਿ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਸਾਰਿਆਂ ਨੂੰ ਸਮਤ ਬਖਸ਼ ਕੇ ਆਪਣੇ ਚਰਨਾਂ ਨੂੰ ਬਿਠਾ ਕੇ ਵਿਚਾਰ ਸੰਗਤ ਕਰਵਾਈ ਹੈ। ਆਪ ਜੀ ਨੇ ਅਸੀਸ ਬਖਸ਼ਣਾ ਇਸ ਤਰ੍ਹਾਂ ਗੁਰੂ ਚਰਨਾਂ ਨੂੰ ਕੁਝ ਬਣੀ ਰਵੇ। ਸਤਿਗੁਰੂ ਦੀ ਸੇਵਾਵਾਂ ਲੈਂਦੇ ਰਹਿਣ। ਕੋਈ ਪੁਸਤਕ ਦੀ ਸੇਵਾ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬ੍ਰਹਮ ਗਿਆਨੀ ਕੋ ਖੋਜਹਿ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।